ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ ਜੀ ਆਪਣੇ YouTube ਚੈਨਲ 'ਚ ਇੱਕ ਦਫਾ ਫਿਰ ਤੇ ਆਪਾਂ ਤੁਹਾਡੇ ਲਈ ਅੱਜ 240 ਮੈਸੀ ਦੀ ਵੀਡੀਓ ਲੈ ਕੇ ਆਏ ਆ ਜਿਹੜਾ ਕਿ ਸਕੀਮ ਦੇ ਵਿੱਚ ਸ਼ਬਾਸ਼ ਸ਼ਰੀਫ ਨੇ ਦਿੱਤਾ ਸੀਗਾ ਤੇ ਉਹ ਆਪਾਂ ਅੰਕਲ ਉਹਨਾਂ ਕੋਲ ਜਾਣਦੇ ਆ ਇਹਨਾਂ ਦਾ ਤਾਰਫ ਵੀ ਤੇ ਟਰੈਕਟਰ ਦੇ ਹਵਾਲੇ ਨਾਲ ਗੱਲਬਾਤ ਸਾਰੀ ਤੇ ਵੀਡੀਓ ਨੂੰ ਮਜ਼ੀਦ ਨਹੀਂ ਲੈਂਥੀ ਕਰਦੇ ਆਪਾਂ ਬਜ਼ੁਰਗਾਂ ਕੋਲ ਜਾਣਦੇ ਆ। अस्सलाम वालेकुम जी। वालेकुम अस्सलाम। जो सा अपना नाम ते अपना एड्रैस जरा दस देना। मेरा नाम राना आसिफ है, चक नंबर 219 तलियां वाला फैसलाबाद। ਰਾਣਾ ਆਸਫ ਸਾਹਿਬ ਸਾਡੇ ਨਾਲ ਨੇ ਜਿਨ੍ਹਾਂ ਦਾ 240 ਹੈ। ਇਹ ਤੁਸੀਂ ਸਕੀਮ ਦੇ ਵਿੱਚ ਕਦੋਂ ਲਿਆ ਸੀ, ਕਿਹੜਾ ਮਾਡਲ ਆ ਜੀ ਆਸਫ ਸਾਹਿਬ? ਇਹ 2012 ਮਾਡਲ ਹੈ ਤੇ ਇਹ ਸਕੀਮ ਦੇ ਵਿੱਚ ਸ਼ਬਾਸ਼ ਸ਼ਰੀਫ ਨੇ ਉਦੋਂ ਗ੍ਰੀਨ ਟਰੈਕਟਰ ਦੇ ਨਾਂ ਤੇ ਸਕੀਮ ਚਲਾਈ ਸੀ। ਉਹਦੇ 'ਚ ਅਸੀਂ 2 ਲੱਖ ਸਬਸਿਡਾਈਜ਼ ਕਰਕੇ ਮੇਰਾ ਖਿਆਲ 4 ਲੱਖ ਦਾ ਲਿਆ ਸੀ ਅਸੀਂ। 2012 ਮਾਡਲ ਆ ਤੇ ਆਸਫ ਸਾਹਿਬ ਨੇ ਜਿਹੜਾ 4 ਲੱਖ ਰੁਪਏ ਦਾ ਖਰੀਦਿਆ ਸੀ। ਉਦੋਂ ਦੀ ਨਗਦੀ ਕੀਮਤ ਜਿਹੜੀ 6 ਲੱਖ ਰੁਪਇਆ ਸੀਗਾ। ਹੁਣ ਤੇ ਇਹਨਾਂ ਦੀ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ। 2 ਲੱਖ ਰੁਪਇਆ ਉਦੋਂ ਸ਼ਬਾਸ਼ ਸ਼ਰੀਫ ਗਵਰਨਮੈਂਟ ਨੇ ਜਿਹੜਾ ਵਾ ਇਹਨੂੰ ਸਬਸਿਡਾਈਜ਼ ਕਰਕੇ ਸਸਤਾ ਦਿੱਤਾ ਸੀ ਗਵਰਨਮੈਂਟ ਨੇ ਨਾ। ਤੇ ਆਸਫ ਸਾਹਿਬ ਇੱਕ ਇਹਨਾਂ ਦੇ ਬਾਰੇ ਨਾ ਇੱਕ ਵਹਾਮ ਹੁੰਦਾ ਲੋਕਾਂ ਦੇ ਜ਼ਿਹਨ ਦੇ ਵਿੱਚ ਕਿ ਟਰੈਕਟਰ ਹੌਲੇ ਬਣਾਏ ਜਾਂਦੇ ਨੇ। ਇਸ ਤਰ੍ਹਾਂ ਦਾ ਕੋਈ ਤੁਸੀਂ ਜਦੋਂ ਵਾਹ ਰਹੇ ਹੋ, ਕੋਈ ਦੇਖਣ ਵਾਲੇ ਦੋਸਤਾਂ ਨੂੰ ਗੱਲਬਾਤ ਸ਼ੇਅਰ ਕਰੋ ਕਿ ਇਦਾਂ ਦੀ ਕੋਈ ਗੱਲਬਾਤ ਹੈ ਕਿ ਨਹੀਂ? नहीं, गवर्नमेंट के मुताबिक तो कोई नहीं ऐसा कोई इशू कि मटीरियल हल्का लाया जाए या नाकस लाया जाए। तो इन्होंने वैसे ही रंग किया होंगे। इन्होंने कहा जी, गवर्नमेंट ने कहा जी कि सानू ग्रीन कलर के ट्रैक्टर चाहिए। उन्होंने वैसे जो लाल ट्रैक्टर है रैड, उन्होंने ग्रीन उपर कलर करके तो आवाम नू एग्रीकल्चर वालियां नू उन्होंने दे दिते गए ने। तुसीं देखिया होना भी उत्ते इहदी तो लाल रंग की शीट निकल रही है, तो इस करके कोई मसला ऐसा नहीं है। ਅਸੀਂ ਤੁਹਾਨੂੰ ਲਾਗੇ ਕਰਕੇ ਵੀਡੀਓ ਤਕਰੀਬਨ ਦਿਖਾਵਾਂਗੇ। ਇਹਦੀ ਸਾਰੀ ਜਿਹੜੀ ਆ ਉੱਪਰੋਂ ਤੁਸੀਂ ਦੇਖ ਲੈਣਾ ਤੇ ਥੱਲੋਂ ਜਿਹੜਾ ਰੰਗ ਆ ਉਹ ਲਾਲ ਨਿਕਲਦਾ ਪਿਆ ਵਾ। ਆਸਫ ਸਾਹਿਬ ਦੇ ਦੱਸਣ ਦੇ ਬਕੌਲ ਕਿ ਤਿਆਰ ਟਰੈਕਟਰ ਖੜੇ ਸਨ ਤੇ ਇਹਨਾਂ ਨੂੰ ਉਹਨਾਂ ਨੇ ਸਿਰਫ ਗ੍ਰੀਨ ਰੰਗ ਇਸ ਤੋਂ ਕਰਵਾ ਦਿੱਤਾ ਕਿ ਗਵਰਨਮੈਂਟ ਦੀ ਪਹਿਚਾਣ ਰਵੇ ਕਿ ਇਹ ਸਬਸਿਡਾਈਜ਼ ਕੀਤੇ ਗਏ ਨੇ ਤੇ ਗਵਰਨਮੈਂਟ ਦੀ ਸਕੀਮ ਦੇ ਤਹਿਤ ਦਿੱਤੇ ਗਏ ਟਰੈਕਟਰ ਨੇ। ਤੇ ਲਾਗੂ ਕਰਕੇ ਤੁਹਾਨੂੰ ਸਾਰੀ ਵੀਡੀਓ ਦਿਖਾਵਾਂਗੇ। ਅੱਛਾ ਆਸਫ ਸਾਹਿਬ, ਇੱਕ ਦੇਖਣ ਵਾਲੇ ਨੂੰ ਇਹ ਦੱਸੋ, ਇਹਦੀ ਰੀਸੇਲ ਜਿਹੜੀ ਆ ਉਹਦੀ ਕੀ ਤਰੀਕਾਕਾਰ ਆ? ਗਵਰਨਮੈਂਟ ਵੇਚਣ ਦਿੰਦੀ ਆ, ਨਹੀਂ ਦਿੰਦੀ? ਵੈਲਿਊ ਕੀ ਹੁੰਦੀ ਹੈ ਇਹਦੀ? ਜਦੋਂ ਉਹਨਾਂ ਨੇ ਸਾਨੂੰ ਇਸ਼ੂ ਕੀਤੇ ਸੀ, ਉਹਨਾਂ ਨੇ ਕਿਹਾ ਸੀ ਕਿ ਇਹਨੂੰ ਤੁਸੀਂ ਨਾ 4 ਤੇ 5 ਸਾਲ ਜਿਹੜਾ ਨਾ ਤਕਰੀਬਨ ਇਸਤੇਮਾਲ ਕਰਨਾ, ਵੇਚਣਾ ਨਹੀਂ, ਸੇਲ ਨਹੀਂ ਕਰਨਾ। ਉਸ ਤੋਂ ਬਾਅਦ ਤੁਹਾਡੀ ਮਰਜ਼ੀ ਹੈ, ਤੁਸੀਂ ਜੋ ਮਰਜ਼ੀ ਕਰ ਲੈਣਾ। ਅਸੀਂ ਘਰ ਵਾਸਤੇ ਲਿਆ, ਡੋਮੈਸਟਿਕ ਇਸਤੇਮਾਲ ਕਰਨ ਵਾਸਤੇ ਅਸੀਂ ਲਿਆ ਸੀ ਤੇ ਲਿਆਦਾ ਅਸੀਂ ਇਹਨੂੰ ਇਸਤੇਮਾਲ ਕਰ ਰਹੇ ਹਾਂ। ਸੇਲ ਕਰਨ ਦਾ ਕੋਈ ਐਸਾ ਇਸ਼ੂ ਨਹੀਂ, ਕੋਈ ਪ੍ਰੋਬਲਮ ਨਹੀਂ ਹੈ, ਸੇਲ ਕਰ ਸਕਦੇ ਹਾਂ। ਅਗਲੇ ਵੀ ਜੇ ਕਿਸੇ ਨੇ ਲੈਣਾ ਉਹ ਵੀ ਐਗਰੀਕਲਚਰ ਵਾਸਤੇ ਲੈਣਾ ਨਾ, ਇਸਤੇਮਾਲ ਕਰਨ ਵਾਸਤੇ ਲੈਣਾ, ਕਿਹੜਾ ਉਹਨੇ ਉਹਨੂੰ ਹਵਾਈ ਜਹਾਜ਼ ਬਣਾ ਲੈਣਾ ਇਹਦਾ। ਸਹੀ ਗੱਲ ਹੈ, ਸਹੀ ਗੱਲ ਆ। ਸੋ ਸਭ ਤੁਹਾਡੀ ਲੈਣਾ ਤੇ ਉਹਨੇ ਵੀ ਇਸਤੇਮਾਲ ਕਰਨ ਲਈ ਆ, ਉਹ ਵੀ ਤੇ ਆਖਰ ਜ਼ਿਮੀਂਦਾਰ ਹੀ ਹੋਣਾ ਵਾ ਤੇ ਇਹਦੀ ਜਿਹੜੀ ਕੀਮਤ ਹੋਏਗੀ ਨੈਕਸਟ ਜਦੋਂ ਬੰਦੇ ਨੂੰ ਤੁਸੀਂ ਸੇਲ ਕਰੋਗੇ ਉਹ ਵੀ ਘੱਟ ਟਰਾਂਸਫਰ ਹੋਏਗੀ ਜਾਂ ਮਤਲਬ ਮਾਰਕੀਟ ਵੈਲਿਊ ਦੇ ਉੱਤੇ ਸੇਲ ਹੋਏਗੀ? ਉਹ ਤਾਂ ਕੰਡੀਸ਼ਨ ਦੇ ਮੁਤਾਬਕ ਮਾਰਕੀਟ ਵੈਲਿਊ ਜੋ ਕੰਡੀਸ਼ਨ ਹੋਏਗੀ ਟਰੈਕਟਰ ਦੇ ਉਸ ਹਿਸਾਬ ਨਾਲ ਉਹਦੀ ਸੇਲ ਹੁੰਦੀ ਆ, ਰੇਟ ਲੱਗਦਾ ਵਾ। ਜ਼ਿਮੀਂਦਾਰ ਕੋਈ ਐਡਾ ਬੇਵਕੂਫ ਨਹੀਂ ਹੁੰਦਾ, ਉਹਨੂੰ ਪਤਾ ਹੁੰਦਾ ਵਾ ਕਿ ਅਸੀਂ ਇਹ ਇਸ ਟਾਈਮ ਦੀ ਸੇਲ ਵੈਲਿਊ ਕਿੰਨੀ ਆ, ਤਾਂ ਉਸ ਹਿਸਾਬ ਨਾਲ ਉਹਨੂੰ ਅਗਰ ਵੇਚਣਾ ਚਾਹਵੇ ਤਾਂ ਉਸ ਹਿਸਾਬ ਨਾਲ ਵੇਚਦਾ। ਸਹੀ ਹੋ ਗਿਆ। ਤੇ ਆਸਫ ਸਾਹਿਬ, ਜਦੋਂ ਦੇ ਤੁਸੀਂ ਇਹਨੂੰ ਵਾਹ ਰਹੇ ਹੋ 10-12 ਸਾਲ ਹੋ ਗਏ ਨੇ, ਕਦੀ ਇਹ 'ਚ ਕੋਈ ਫਾਲਟ, ਕੋਈ ਮਸਲਾ ਮਸਾਇਲ ਦੇਖਣਾ ਆਇਆ ਕਿ ਜਿਹੜਾ ਕਿ ਇਸ ਟਰੈਕਟਰਾਂ ਦੇ ਵਿੱਚ ਖੁਸ਼ੀ ਪਾਇਆ ਗਿਆ ਹੋਵੇ ਦੂਸਰੇ ਟਰੈਕਟਰ ਦੀ ਨਿਸਬਤ ਜਿਹੜਾ ਕਿ ਆਮ ਲਾਂਚ ਕਰਦੇ ਨੇ ਉਹ 240? ਇਹਨੂੰ ਕੋਈ ਐਸਾ ਇਸਤੇਮਾਲ ਨਹੀਂ, ਗੱਲ ਹੈਗਾ ਇਸਤੇਮਾਲ ਕਰਨ ਦੇ ਉੱਤੇ। ਅਗਰ ਤੁਸੀਂ ਜ਼ਿਆਦਾ ਇਸਤੇਮਾਲ ਕਰਦੇ ਹੋ ਤਾਂ ਉਹਨੇ ਕੰਮ ਵੀ ਜ਼ਿਆਦਾ ਕੱਢਣਾ, ਅਗਰ ਥੋੜ੍ਹਾ ਇਸਤੇਮਾਲ ਕਰਦੇ ਹੋ ਤਾਂ ਫਿਰ ਉਹਨੇ ਜਦ ਤੁਹਾਡਾ ਕੰਮ ਵੀ ਥੋੜ੍ਹਾ ਕੱਢਣਾ। ਇਸ ਕਰਕੇ ਹੈਗਾ ਕਿ ਜਿੰਨਾ ਤੁਸੀਂ ਇਸਤੇਮਾਲ ਕਰਨਾ ਉਹ ਤੁਹਾਡੇ ਡਿਪੈਂਡ ਕਰਦਾ। ਸਾਡੇ ਕੋਲ ਥੋੜ੍ਹੀ ਜਿਹੀ ਬਾਈ ਅਸੀਂ ਉਸ ਹਿਸਾਬ ਨਾਲ ਇਹਨੂੰ ਇਸਤੇਮਾਲ ਕਰਦੇ ਹਾਂ, ਬਾਕੀ ਇਹ ਆਰਾਮ ਕਰਦਾ ਸਾਲ। ਬਸ ਇਹਨੂੰ ਹੋਰ ਕੋਈ ਮਸਲਾ ਕੋਈ ਨਹੀਂ ਹੈਗਾ। ਆਸਫ ਸਾਹਿਬ ਦੱਸਦੇ ਨੇ ਕਿ ਜਿੰਨਾ ਉਹਨਾਂ ਨੇ ਵਾਇਆ ਵਾ ਉਹਦੇ ਵਿੱਚ ਇਹਨਾਂ ਨੂੰ ਕਦੀ ਕੋਈ ਐਸਾ ਮਸਲਾ ਨਹੀਂ। ਅਗਰ ਬਹੁਤ ਜ਼ਿਆਦਾ ਤੁਸੀਂ ਜ਼ਿਆਦਤੀ ਕਰੋਗੇ ਚੀਜ਼ ਦੇ ਨਾਲ ਤੇ ਫਿਰ ਉਹਨਾਂ ਦੇ ਬਕੌਲ ਆ ਕੇ ਹੋ ਸਕਦਾ ਕਿ ਜ਼ਿਆਦਾ ਕੰਮ ਕੱਢੇ। ਕੈਮਰਾਮੈਨ ਨੂੰ ਕਹਾਂਗਾ ਜ਼ਰਾ ਨੇੜੇ ਆ ਕੇ ਟਰੈਕਟਰ ਨੂੰ ਲਾਗੋਂ ਇੱਕ ਹਿੱਸਾ, ਇੱਕ ਪਾਰਟ ਜਿਹੜਾ ਇਹਦਾ ਦਿਖਾਣ ਤਾਂ ਕਿ ਇਹਦੀ ਰੀਸੇਲ ਦੇ ਉੱਤੇ ਆਸਫ ਸਾਹਿਬ ਨਾਲ ਗੱਲ ਕੀਤੀ ਜਾ ਸਕੇ। 240 ਜਿੱਦਾਂ ਕਿ ਤੁਸੀਂ ਦੇਖ ਰਹੇ ਹੋ, ਸਿਰਫ ਉੱਪਰੋਂ ਇਹਦੇ ਪੱਲੇ ਜਿਹੜੇ ਨੇ ਉਹ ਗ੍ਰੀਨ ਨੇ, ਉਂਝ ਬੜੇ ਸਾਫ਼ ਤੇ ਸੁਥਰਾ ਕੰਡੀਸ਼ਨ ਦੇ ਵਿੱਚ ਖਲੋਤਾ ਵਾ। ਉੱਪਰੋਂ ਦੇਖੋ ਇਹਦਾ ਰੈੱਡ ਕਲਰ ਜਿਹੜਾ ਉਹ ਨਿਕਲ ਆਇਆ ਵਾ। ਉਹ ਆਸਫ ਸਾਹਿਬ ਨੂੰ ਮੈਂ ਪੁੱਛਿਆ, ਉਹ ਕਹਿੰਦੇ ਨੇ ਕਿ ਬਾਹਰ ਜਿਹੜਾ ਖੜਾ ਰਹਿੰਦਾ ਵਾ ਐਡੀ ਇਹਦੀ ਨਾ ਮਤਲਬ ਖੜੇ ਕਰਨ 'ਚ ਇਹਨੂੰ ਗਰਾਜ 'ਚ ਸਾਂਭ ਨਹੀਂ ਕੀਤੀ ਜਾਂਦੀ, ਜਿਹਦੀ ਵਜ੍ਹਾ ਤੋਂ ਨਾ ਇਹ ਹੋਇਆ ਵਾ। ਲੇਕਿਨ ਇਸਤੇਮਾਲ 'ਚ ਤੁਸੀਂ ਦੇਖੋ, ਹਿੱਸਾ ਦੇਖ ਲਓ ਟਰੈਕਟਰ ਦਾ ਸਾਫ਼ ਆ, ਕੋਈ ਲੀਕੇਜ ਨਹੀਂ ਹੈਗੀ, ਸਾਫ਼ ਸੋਹਣਾ ਟਰੈਕਟਰ ਵਾ। ਬੈਕ ਸਾਈਡ ਦੇ ਟਾਇਰ ਦੇਖੋ ਜ਼ਰਾ, ਟਰੈਕਟਰ ਦੇ ਬਿਲਕੁਲ ਨਵੇਂ ਟਰੈਕਟਰ ਦੇ ਟਾਇਰ ਨੇ ਤੇ ਇਹਨਾਂ ਨੇ ਬਹੁਤ ਸਮਾਰਟ ਜਿਹਾ ਵਰਕ ਕਰਦੇ ਨੇ ਆਪਣਾ ਨਾ, ਘਰ ਦਾ ਬਸ ਕੰਮ ਕਰਦੇ ਨੇ ਤੇ ਟਰੈਕਟਰ ਲਿਜਾ ਕੇ ਗਰਾਜ ਜਿਹੜਾ ਖੜਾ ਕਰ ਛੱਡਦੇ ਨੇ, ਡੱਕ ਦਿੰਦੇ ਨੇ। ਬੈਕ ਸਾਈਡ ਤੋਂ ਦੇਖੋ ਇਹਦਾ ਹਾਂਡਾ ਦੇਖ ਲਓ ਤੇ ਮਤਲਬ ਬੈਕ ਸਾਈਡ ਬਿਲਕੁਲ ਸਾਫ਼। ਟਰੈਕਟਰ ਟੋਟਲ ਜਿਹੜਾ ਨਾ ਉਹ ਇਸਤੇਮਾਲ ਦਾ ਪਤਾ ਹੈ, ਹੁਣ 10-12 ਸਾਲ ਹੋ ਗਏ ਨੇ ਟਰੈਕਟਰ ਇਸਤੇਮਾਲ ਹੋਇਆ। ਉਹੀ ਨਾਰਮਲ ਜਿਹਾ ਜਿਹੜਾ ਵਾ ਕੋਈ ਟਾਇਰ ਸ਼ਾਇਰ ਹਿੱਸੇ ਹੁੱਸੇ ਦਾ ਹੋਇਆ, ਘੱਟਾ ਮਿੱਟੀ ਪਿਆ, ਬਾਕੀ ਰੰਗ ਸ਼ੰਗ ਸਾਫ਼ ਸੋਹਣਾ ਟਰੈਕਟਰ ਹੈ।
ਤੇ ਹੁਣ ਆਪਾਂ ਗੱਲਬਾਤ ਕਰ ਲੈਂਦੇ ਆ ਰੀਸੇਲ ਦੇ ਹਵਾਲੇ ਨਾਲ ਆਸਿਫ ਸਾਹਿਬ ਨਾਲ ਕਿ ਉਹ ਕੀ ਇਹਦੇ ਬਾਰੇ ਖਿਆਲ ਰੱਖਦੇ ਨੇ। ਅੱਛਾ ਆਸਿਫ ਸਾਹਿਬ, ਦੇਖਣ ਵਾਲੇ ਦੋਸਤਾਂ ਨੂੰ ਦੱਸੋ ਕਿ ਤੁਸੀਂ ਰੀਸੇਲ ਕਰਨਾ ਚਾਹੁੰਦੇ ਹੋ ਟਰੈਕਟਰ ਨੂੰ, ਕੋਈ ਹੈ ਇਸ ਤਰ੍ਹਾਂ ਦਾ ਜ਼ੇਨ ਤੁਹਾਡਾ? ਫਿਲਹਾਲ ਤੇ ਹਜੇ ਕੋਈ ਰੀਸੇਲ ਕਰਨ ਦਾ ਨਹੀਂ ਪ੍ਰੋਗਰਾਮ ਹਜੇ, ਕਿਉਂਕਿ ਥੋੜ੍ਹੇ ਹਜੇ ਇਹ ਤੇਲ ਦੇ ਹਿਸਾਬ ਨਾਲ ਮੁਨਾਸਿਬ ਆ, ਇਕਨੋਮੀ ਚੱਲ ਰਿਹਾ ਵਾ। ਤਾਂ ਅਗਰ ਜ਼ਿਆਦਾ ਕੋਈ ਲਵਾਂਗੇ ਤਾਂ ਫਿਰ ਤੇਲ ਦੇ ਵਿੱਚ ਤੁਹਾਨੂੰ ਪਤਾ ਕਿ ਤੇਲ ਦੀ ਕੀਮਤਾਂ ਕਿੱਥੇ ਚੱਲ ਗਈਆਂ। ਅਤੇ ਜਦ ਸਾਡੇ ਕੋਲ ਇੰਨੀ ਜ਼ਿਆਦਾ ਜਿਹੜੇ ਐਗਰੀਕਲਚਰ ਦੀ ਲੈਂਡ ਨਹੀਂ ਹੈਗੀ ਜਿਹੜਾ ਜ਼ਿਆਦਾ ਇਸਤੇਮਾਲ ਕਰਦੇ ਹਾਂ, ਥੋੜ੍ਹਾ ਜਿਹਾ ਰਕਬਾ ਵਾ ਇਸਤੇਮਾਲ ਕਰਦੇ ਹਾਂ, ਬਾਕੀ ਇਹ ਘਰ ਹੀ ਖੜਾ ਰਹਿੰਦਾ। ਆਸਿਫ ਸਾਹਿਬ ਦਾ ਸੇਲ ਦੇ ਹਵਾਲੇ ਨਾਲ ਇਹਦਾ ਕੋਈ ਨਹੀਂ ਪਲਾਨ ਹੈਗਾ, ਤੇ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਤਲਬ ਵੀਡੀਓ ਦਾ ਇਹ ਹੈਗਾ ਕਿ ਅਗਰ ਤੁਸੀਂ ਕੋਈ ਟਰੈਕਟਰ ਮਿਲਦਾ ਹੋਵੇ 240 ਤੇ ਗਵਰਨਮੈਂਟ ਸਬਸਿਡਾਈਜ਼, ਤੇ ਇਹ ਜ਼ੇਨ ਚੋਂ ਕੱਢ ਕੇ ਕਿ ਉਹ ਹਲਕੇ ਹੁੰਦੇ ਨੇ, ਬੇਫਿਕਰ ਹੋ ਕੇ ਲੈ ਸਕਦੇ ਨੇ, ਕੰਮ ਦੇ ਹਵਾਲੇ ਨਾਲ ਬਿਲਕੁਲ ਪੂਰੇ ਨੇ। ਤੇ ਆਪਾਂ ਤੁਹਾਡੇ ਨਾਲ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਤੇ ਸਾਨੂੰ ਇਜਾਜ਼ਤ ਦਿਓ, ਰੱਬ ਰਾਖਾ ਜੀ।